ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪਾਠ ਨੰਬਰ 16 8ਵੀਂ ਜਮਾਤ ਦਾ ਪਾਠ ਨੰਬਰ 16 ਪ੍ਰਕਾਸ਼ ਇਹਦੇ ਪ੍ਰਸ਼ਨ ਡਿਸਕਸ ਕਰਨੇ ਹੈ। ਸਭ ਤੋਂ ਪਹਿਲਾ ਪ੍ਰਸ਼ਨ ਜੋ ਹੈ, ਮੰਨ ਲਓ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਹੋ। ਕੀ ਤੁਸੀਂ ਹਨੇਰੇ ਕਮਰੇ ਵਿੱਚ ਵਸਤੂਆਂ ਵੇਖ ਸਕਦੇ ਹੋ? ਕੀ ਤੁਸੀਂ ਕਮਰੇ ਦੇ ਬਾਹਰ ਵਸਤੂਆਂ ਦੇਖ ਸਕਦੇ ਹੋ? ਵਿਆਖਿਆ ਕਰੋ। ਬੇਟਾ ਸਾਨੂੰ ਪਤਾ ਹੀ ਹੈ, ਕੋਈ ਵਸਤੂ ਤੁਹਾਨੂੰ ਤਾਂ ਦਿਖਾਈ ਦਿੰਦੀ ਹੈ। ਅਸੀਂ ਪੜ੍ਹਦੇ ਹਾਂ, ਦੇਖੋ, ਅਸੀਂ ਕਿਸੇ ਵਸਤੂ ਨੂੰ ਤਾਂ ਹੀ ਵੇਖ ਸਕਦੇ ਹਾਂ ਜੇਕਰ ਵਸਤੂ ਨਾਲ ਟਕਰਾ ਕੇ ਪ੍ਰਕਾਸ਼ ਸਾਡੀ ਅੱਖਾਂ ਵਿੱਚ ਦਾਖਲ ਹੁੰਦਾ ਹੈ। ਕੋਈ ਵਸਤੂ ਤੇ ਪਹਿਲਾਂ ਪ੍ਰਕਾਸ਼ ਪੈਂਦਾ ਹੈ, ਫਿਰ ਉਹ ਪ੍ਰਕਾਸ਼ ਉਹ ਵਸਤੂ ਤੋਂ ਟਕਰਾ ਕੇ ਸਾਡੀ ਅੱਖਾਂ 'ਚ ਦਾਖਲ ਹੁੰਦਾ ਹੈ, ਫਿਰ ਉਹ ਸਾਨੂੰ ਵਸਤੂ ਦਿਖਾਈ ਦਿੰਦੀ ਹੈ। ਕਿਉਂਕਿ ਹੁਣ ਜੇ ਹਨੇਰੇ ਵਾਲਾ ਕਮਰਾ ਹੈ ਤਾਂ ਉੱਥੇ ਪ੍ਰਕਾਸ਼ ਹੀ ਨਹੀਂ ਹੋਣਾ। ਪ੍ਰਕਾਸ਼ ਦੀ ਅਣਹੋਂਦ ਕਰਕੇ, ਅਣਹੋਂਦ ਦਾ ਮਤਲਬ ਨਾ ਹੋਣਾ, ਅਸੀਂ ਵਸਤੂਆਂ ਨੂੰ ਨਹੀਂ ਦੇਖ ਸਕਦੇ। ਪਰ ਜੇ ਅਸੀਂ ਕਮਰੇ ਦੇ ਬਾਹਰ ਦੇਖਦੇ ਹਾਂ ਤਾਂ ਉੱਥੇ ਪ੍ਰਕਾਸ਼ ਹੋਣ ਕਾਰਨ, ਕਮਰੇ ਦੇ ਬਾਹਰ ਪ੍ਰਕਾਸ਼ ਹੈ ਤੇ ਅਸੀਂ ਉਹ ਵਾਲੀ ਵਸਤੂਆਂ ਨੂੰ ਕੀ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਦੂਸਰਾ ਪ੍ਰਸ਼ਨ ਦੇਖਦੇ ਹਾਂ। ਦੂਸਰਾ ਪ੍ਰਸ਼ਨ ਹੈ, ਨਿਯਮਿਤ ਅਤੇ ਖਿਲਰਮਾ ਪਰਾਵਰਤਨ ਵਿੱਚ ਅੰਤਰ ਦੱਸੋ। ਕੀ ਖਿਲਰਮੇ ਪਰਿਵਰਤਨ ਦਾ ਅਰਥ ਇਹ ਹੈ ਕਿ ਪਰਾਵਰਤਨ ਦੇ ਨਿਯਮ ਇਸ ਵਿੱਚ ਫੇਲ ਹੋ ਜਾਂਦੇ ਹਨ? ਤਾਂ ਨਿਯਮਿਤ ਪਰਿਵਰਤਨ ਜਿਹੜਾ ਹੁੰਦਾ ਬੇਟਾ, ਇਹ ਚਮਕਦਾਰ ਤੇ ਪੱਧਰੀ ਸਤਹ ਤੋਂ ਹੁੰਦਾ ਹੈ, ਸਮਤਲ ਸਤਹ ਤੋਂ। ਇਹ ਚਮਕਹੀਨ, ਜਿਹਦੀ ਚਮਕ ਨਾ ਹੋਵੇ, ਤੇ ਖੁਰਦਰੀ ਸਤਹ ਤੋਂ ਹੁੰਦਾ ਹੈ ਖਿਲਰਮਾ ਪਰਾਵਰਤਨ। ਇਹਦੇ ਵਿੱਚ ਜਦੋਂ ਪਰਾਵਰਤਨ ਤੋਂ ਬਾਅਦ ਕਿਰਨਾਂ ਜਾਂਦੀਆਂ ਉਹ ਸਮਾਂਤਰ ਜਾਂਦੀਆਂ। ਇਹਦੇ ਵਿੱਚ ਪਰਾਵਰਤਨ ਤੋਂ ਬਾਅਦ ਜਿਹੜੀ ਕਿਰਨਾਂ ਜਾਂਦੀਆਂ ਉਹ ਸਮਾਂਤਰ ਨਹੀਂ ਜਾਂਦੀਆਂ। ਖਿਲਰਮੇ ਜਿਹੜੇ ਪਰਾਵਰਤਨ ਦੇ ਨਿਯਮ ਨੇ ਉਹ ਸਾਰੇ ਕਿਤੇ ਹੀ ਲੱਗਦੇ ਨੇ। ਖਿਲਰਮੇ ਪਰਾਵਰਤਨ ਦੇ ਵਿੱਚ ਵੀ ਪਰਾਵਰਤਨ ਦੇ ਨਿਯਮ ਲਾਗੂ ਹੁੰਦੇ ਹਨ। ਆਓ ਅਸੀਂ, ਵੈਸੇ ਤਾਂ ਤੁਸੀਂ ਕਿਤਾਬ ਦੇ ਵਿੱਚ ਡਾਇਗਰਾਮ ਦੇਖੀ ਹੋਈ ਹੈ ਨਿਯਮਿਤ ਪਰਾਵਰਤਨ ਅਤੇ ਖਿਲਰਮੇ ਪਰਾਵਰਤਨ ਦੀ। ਆਓ ਅਸੀਂ ਉਰੇ ਵੀ ਦੇਖਦੇ ਹਾਂ ਥੋੜਾ ਜਿਹਾ। ਤਾਂ ਤੁਸੀਂ ਜੇ ਇੱਥੇ ਧਿਆਨ ਨਾਲ ਦੇਖੋ, ਹਨਾ, ਇੱਕ ਸਾਈਡ ਤੁਹਾਨੂੰ ਇਹ ਦਿਖਾਈ ਦੇ ਰਿਹਾ, ਇੱਧਰ ਦੇਖੋ, ਇਹਦੇ ਵਿੱਚ ਆ ਜਿਹੜੀਆਂ ਆਪਣੇ ਕੋਲ ਕਿਰਨਾਂ ਆ ਰਹੀਆਂ, ਇਹ ਪਰਾਵਰਤਨ ਤੋਂ ਬਾਅਦ ਇਸ ਸਤਹ ਤੋਂ ਇੱਕ ਪੱਧਰੀ ਸਤਹ ਜਿਹੜੀ ਨੀਚੇ ਦਿਖਾਈ ਗਈ ਹੈ, ਇਹ ਪੱਧਰੀ ਸਤਹ, ਚਮਕਦਾਰ ਸਤਹ, ਜਿਵੇਂ ਕੋਈ ਆਪਾਂ ਕਹਿ ਲਈਏ ਦਰਪਣ ਦੀ ਗੱਲ ਕਰ ਲਈਏ, ਸ਼ੀਸ਼ੇ ਦੀ, ਉਹਦੇ ਵਿੱਚੋਂ ਇਸ ਤਰ੍ਹਾਂ ਹੀ ਮੁੜ ਜਾਂਦੀ ਹੈ ਪਰਾਵਰਤਿਤ ਹੋ ਕੇ। ਫਿਰ ਇੱਕ ਦੂਸਰੀ ਕਿਰਨ ਆਉਂਦੀ ਹੈ, ਇਹ ਵੀ ਇਸ ਤਰ੍ਹਾਂ ਇਹ ਕਿਰਨ ਸਾਡੇ ਕੋਲ ਮੁੜ ਜਾਂਦੀ ਹੈ। ਫਿਰ ਇੱਕ ਤੀਸਰੀ ਕਿਰਨ ਆਉਂਦੀ ਹੈ, ਜੇ ਦੇਖੀਏ ਅਸੀਂ, ਇਹ ਵੀ ਇੱਥੋਂ ਇਸ ਤਰ੍ਹਾਂ ਸਿੱਧੀ ਮੁੜ ਜਾਂਦੀ ਹੈ। ਤਾਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਆਹ ਵਾਲੀਆਂ ਹੁਣ ਆਪਣੇ ਕੋਲ ਜਿਹੜੀਆਂ ਕਿਰਨਾਂ ਪਰਾਵਰਤਿਤ ਹੋ ਕੇ ਜਾ ਰਹੀਆਂ ਨੇ, ਇਹ ਇੱਕ ਦੂਜੇ ਦੇ ਸਮਾਂਤਰ ਨੇ, ਤੁਹਾਨੂੰ ਦਿਖਾਈ ਦੇ ਰਹੀਆਂ, ਇਹ ਸਾਰੀਆਂ ਇੱਕ ਦੂਜੇ ਦੇ ਸਮਾਂਤਰ ਨੇ। ਇਸ ਕਰਕੇ ਇਸ ਪਰਾਵਰਤਨ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜਾ ਸਮਤਲ ਸਤਹ ਤੋਂ ਹੁੰਦਾ ਹੈ, ਪੱਧਰੀ ਸਤਹ ਤੋਂ ਹੁੰਦਾ ਹੈ, ਚਮਕਦਾਰ ਸਤਹ ਤੋਂ ਹੁੰਦਾ ਹੈ, ਇਹਨੂੰ ਅਸੀਂ ਕਹਿ ਦਿੰਦੇ ਹਾਂ ਅਸੀਂ ਨਿਯਮਿਤ ਪਰਾਵਰਤਨ। ਜਦੋਂ ਕਿ ਆਹ ਤੁਸੀਂ ਦੇਖ ਰਹੇ ਹੋ ਨਾ, ਦੂਸਰੀ ਸਤਹ ਜਿਹੜੀ ਹੈ ਉਬੜ ਖਾਬੜ ਹੈ। ਉਬੜ ਖਾਬੜ ਦਾ ਮਤਲਬ ਖੁਰਦਰੀ ਸਤਹ ਹੈ, ਤੇ ਇਸ ਤੋਂ ਜਿਹੜੀਆਂ ਪ੍ਰਕਾਸ਼ ਦੀ ਕਿਰਨਾਂ ਪਰਾਵਰਤਿਤ ਹੋ ਕੇ, ਤੁਸੀਂ ਦੇਖੋ ਇੱਕ ਕਿਰਨਾਂ ਇੱਧਰ ਨੂੰ ਜਾ ਰਹੀ ਹੈ ਨਾ, ਇੱਥੋਂ ਇੱਕ ਮੁੜ ਕੇ ਆਪਣੇ ਕੋਲ ਇੱਧਰ ਨੂੰ ਜਾ ਰਹੀ ਹੈ, ਤੇ ਆਪਸ 'ਚ ਕੱਟ ਰਹੀਆਂ ਨੇ ਅੱਗੇ ਵਧਾ ਕੇ। ਜੇ ਅਸੀਂ ਦੇਖਾਂਗੇ ਆਪਸ 'ਚ ਕੱਟ ਜਾਣਗੀਆਂ ਅੱਗੇ ਵਧਾ ਕੇ, ਹਨਾ। ਇਹ ਸਮਾਂਤਰ ਨਹੀਂ ਹੈਗੀਆਂ ਆਪਸ 'ਚ। ਮੈਥਮੈਟਿਕਸ 'ਤੇ ਸਾਨੂੰ ਪਤਾ ਹੈ ਸਮਾਂਤਰ ਕਿਰਨਾਂ ਕੀ ਹੁੰਦੀਆਂ ਨੇ, ਅਸੀਂ ਪੜ੍ਹਿਆ ਹੋਇਆ। ਤਾਂ ਨਿਯਮਿਤ ਪਰਾਵਰਤਨ ਦੇ ਵਿੱਚ ਪਰਾਵਰਤਨ ਤੋਂ ਬਾਅਦ ਜਿਹੜੀ ਕਿਰਨਾਂ ਹੁੰਦੀਆਂ ਨੇ ਉਹ ਆਪਸ 'ਚ ਸਮਾਂਤਰ ਹੁੰਦੀਆਂ ਨੇ, ਤੇ ਅਨਿਯਮਿਤ ਪਰਾਵਰਤਨ ਜਾਂ ਅਸੀਂ ਖਿਲਰਮਾ ਪਰਿਵਰਤਨ ਕਹਿ ਦਿੰਦੇ ਹਾਂ, ਉਹਦੇ ਵਿੱਚ ਇਹ ਸਮਾਂਤਰ ਨਹੀਂ ਹੁੰਦੀਆਂ। ਆਓ ਹੁਣ ਅਸੀਂ ਅਗਲਾ ਪ੍ਰਸ਼ਨ ਦੇਖਦੇ ਹਾਂ ਬੱਚੇ। ਤਾਂ ਅਸੀਂ ਤੀਸਰਾ ਪ੍ਰਸ਼ਨ ਦੇਖਦੇ ਹਾਂ। ਇੱਕ ਮਿੰਟ, ਹਾਂਜੀ, ਤੀਸਰੇ ਪ੍ਰਸ਼ਨ ਦੇ ਵਿੱਚ ਇਹ ਕੀ ਕਹਿ ਰਿਹਾ ਹੈ? ਇਹ ਕਹਿ ਰਿਹਾ ਹੈ, ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੋ, ਜੇ ਪ੍ਰਕਾਸ਼ ਦੀ ਇੱਕ ਸਮਾਂਤਰ ਕਿਰਨ ਪੁੰਜ ਇਹਨਾਂ ਨਾਲ ਟਕਰਾਏ ਤਾਂ ਨਿਯਮਿਤ ਪਰਾਵਰਤਨ ਹੋਏਗਾ ਜਾਂ ਖਿਲਰਮਾ। ਇੱਕ ਮਿੰਟ, ਆਪਾਂ ਥੋੜਾ ਜਿਹਾ ਇਹਨੂੰ ਜ਼ੂਮ ਕਰ ਲਈਏ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇ ਜੇ। ਹਾਂਜੀ, ਤਾਂ ਅਸੀਂ ਇਹ ਦੱਸਣਾ ਹੈ ਵੀ ਇਹਨਾਂ ਦੇ ਵਿੱਚ ਖਿਲਰਮਾ ਪਰਿਵਰਤਨ ਹੋਏਗਾ ਕਿ ਨਿਯਮਿਤ। ਤਾਂ ਸਿੱਧੀ ਜੀ ਗੱਲ ਹੈ, ਜੇ ਚਮਕਦਾਰ ਸਤਹ ਪੱਧਰੀ ਸਤਹ ਤਾਂ ਨਿਯਮਿਤ ਪਰਿਵਰਤਨ, ਜੇ ਖੁਰਦਰੀ ਸਤਹ ਤਾਂ ਫਿਰ ਕੀ ਹੋਊਗਾ? ਖਿਲਰਮਾ ਪਰਿਵਰਤਨ। ਬਹੁਤ ਹੀ ਸੌਖਾ ਹੈ।
ਤਾਂ ਤੁਸੀਂ ਆਸਾਨੀ ਨਾਲ ਜਵਾਬ ਲਿਖ ਸਕਦੇ ਹੋ। ਸਭ ਤੋਂ ਪਹਿਲਾਂ ਹੈ ਪਾਲਿਸ਼ ਕੀਤੀ ਹੋਈ ਲੱਕੜ ਦੀ ਮੇਜ਼। ਹੁਣ ਲੱਕੜ ਦੀ ਮੇਜ਼ ਹੈ, ਪਾਲਿਸ਼ ਕੀਤੀ ਹੋਈ ਹੈ, ਇਹਦਾ ਮਤਲਬ ਉਹ ਸਮਤਲ ਹੈ, ਪੱਧਰੀ ਹੈ, ਤਾਂ ਕਿਹੜਾ ਪਰਿਵਰਤਨ ਹੋਏਗਾ? ਨਿਯਮਿਤ। ਚਾਕ ਪਾਊਡਰ, ਚਾਕ ਪਾਊਡਰ ਬੇਟਾ ਖੁਰਦਰਾ ਹੁੰਦਾ ਹੈ, ਇਹਦੀ ਸਤ੍ਹਾ ਅਨਿਯਮਿਤ ਹੁੰਦੀ ਹੈ, ਖੁਰਦਰੀ ਕਰਕੇ ਕੀ ਹੋ ਗਿਆ? ਖਿਲਰਮਾ ਪਰਿਵਰਤਨ। ਗੱਤਾ ਵੀ ਜਿਹੜਾ ਹੁੰਦਾ, ਗੱਤੇ ਦੀ ਸਤ੍ਹਾ ਖਿਲਰਮੀ ਹੁੰਦੀ ਹੈ, ਅਨਿਯਮਿਤ ਸਤ੍ਹਾ ਹੁੰਦੀ ਹੈ, ਤਾਂ ਇੱਥੇ ਖਿਲਰਮਾ ਪਰਿਵਰਤਨ ਹੋਏਗਾ ਕਿਉਂਕਿ ਇਹ ਖੁਰਦਰਾ ਹੁੰਦਾ ਹੈ। ਸੰਗਮਰਮਰ ਦੇ ਫਰਸ਼ ਉੱਤੇ ਖਿਲਰਿਆ ਪਾਣੀ। ਹੁਣ ਸੰਗਮਰਮਰ ਦਾ ਫਰਸ਼ ਹੈ, ਪਹਿਲੀ ਗੱਲ ਤਾਂ ਉਹੀ ਪੱਧਰਾ ਤੇ ਉਹਦੇ ਉੱਤੇ ਪਾਣੀ ਖਿਲਰਿਆ ਹੋਇਆ, ਇਹ ਕੀ ਹੈ? ਇੱਕ ਪੱਧਰੀ ਸਤ੍ਹਾ ਹੈ, ਤੇ ਇਹ ਤੋਂ ਜਿਹੜਾ ਪਰਿਵਰਤਨ ਹੋਏਗਾ ਉਹ ਕੀ ਹੋਏਗਾ? ਨਿਯਮਿਤ ਹੋਏਗਾ। ਦਰਪਣ, ਦਰਪਣ ਤਾਂ ਸਾਨੂੰ ਪਤਾ ਹੀ ਹੈ, ਸ਼ੀਸ਼ਾ ਜਿਹਦੇ ਵਿੱਚ ਅਸੀਂ ਆਪਣਾ ਫੇਸ ਦੇਖਦੇ ਹਾਂ ਨਾ, ਇਹ ਵੀ ਇੱਕ ਕਿਹੜੀ ਸਤ੍ਹਾ ਹੈ? ਪੱਧਰੀ ਸਤ੍ਹਾ ਹੈ, ਤੇ ਇਹ ਤੋਂ ਕਿਹੜਾ ਪਰਿਵਰਤਨ ਹੁੰਦਾ ਹੈ? ਨਿਯਮਿਤ। ਕਾਗਜ਼ ਦਾ ਟੁਕੜਾ, ਕਾਗਜ਼ ਦਾ ਟੁਕੜਾ ਜੇ ਕਾਗਜ਼ ਨੂੰ ਧਿਆਨ ਨਾਲ ਦੇਖੀਏ, ਇਹ ਵੀ ਖੁਰਦਰਾ ਹੁੰਦਾ ਬੇਟਾ, ਇਹਦੀ ਸਤ੍ਹਾ ਅਨਿਯਮਿਤ ਹੁੰਦੀ ਹੈ, ਇਹਦੇ ਵਿੱਚ ਖੁਰਦਰਾਪਨ ਹੁੰਦਾ ਹੈ, ਇਸ ਕਰਕੇ ਇਹਦੇ ਵਿੱਚ ਜਿਹੜਾ ਪਰਿਵਰਤਨ ਹੋਏਗਾ ਉਹ ਕਿਹੜਾ ਹੋਏਗਾ? ਖਿਲਰਮਾ ਪਰਿਵਰਤਨ। ਤੇ 1 ਨੰਬਰ 'ਚ ਆ ਸਕਦੇ ਨੇ, ਬੜੇ ਹੀ ਸੌਖੇ ਜਿਹੇ ਪ੍ਰਸ਼ਨ ਨੇ। ਆਓ ਅਸੀਂ ਚੌਥਾ ਪ੍ਰਸ਼ਨ ਹੁਣ ਅਸੀਂ ਦੇਖ ਲੈਂਦੇ ਹਾਂ। ਹਾਂਜੀ, ਤਾਂ ਅਸੀਂ ਚੌਥਾ ਪ੍ਰਸ਼ਨ ਦੇਖਦੇ ਵਿੱਚ, ਇਹ ਕੀ ਹੈ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ, ਸਭ ਤੋਂ ਮਹੱਤਵਪੂਰਨ ਪ੍ਰਸ਼ਨ ਹੈ। ਪਰਾਵਰਤਨ ਦੇ ਨਿਯਮ ਦੱਸੋ। ਪਰਾਵਰਤਨ ਦੇ ਨਿਯਮ ਕੀ ਹੁੰਦੇ ਨੇ? ਦੇਖੋ, ਜੇ ਮੈਂ ਇੱਥੇ ਨਾ ਇੱਕ ਡਾਇਗਰਾਮ ਬਣਾਵਾਂ, ਰੈੱਡ ਕਲਰ 'ਚ ਮੈਂ ਦਿਖਾ ਰਿਹਾ ਤੁਹਾਨੂੰ। ਆਹ ਆਪਣੇ ਕੋਲ ਇੱਕ ਦਰਪਣ ਹੈ, ਆਹ ਦਰਪਣ ਹੈ, ਆਹ ਇਹਦੇ ਉੱਤੇ ਇੱਕ ਪ੍ਰਕਾਸ਼ ਦੀ ਕਿਰਨ ਪੈ ਰਹੀ ਹੈ ਸਿੱਧੀ, ਤੇ ਇੱਥੋਂ ਇਹ ਜਿਹੜੀ ਹੈ ਮੁੜ ਕੇ ਜਾ ਰਹੀ ਹੈ। ਇੱਕ ਮਿੰਟ, ਇੱਕ ਪ੍ਰਕਾਸ਼ ਦੀ ਕਿਰਨ ਸਿੱਧੀ ਇੱਥੇ ਆ ਰਹੀ ਹੈ, ਫਿਰ ਇੱਥੋਂ ਇਹ ਮੁੜ ਕੇ ਜਾ ਰਹੀ ਹੈ। ਤਾਂ ਪ੍ਰਕਾਸ਼ ਦੀ ਕਿਰਨ ਜਿਹੜੀ ਇੱਥੇ ਆ ਰਹੀ ਹੈ ਸਾਡੇ ਕੋਲ, ਜਿਹੜੀ ਆ ਰਹੀ ਹੈ ਕਿਰਨ, ਇਹਨੂੰ ਕਹਿੰਦੇ ਹਾਂ ਅਸੀਂ ਆਪਾਤੀ ਕਿਰਨ। ਆਪਾਤੀ ਕਿਰਨ ਜਿਹੜੀ ਪਰਾਵਰਤਨ ਤੋਂ ਬਾਅਦ ਇੱਥੋਂ ਟਕਰਾ ਕੇ ਵਾਪਸ ਜਾ ਰਹੀ ਹੈ, ਉਹਨੂੰ ਕਹਿੰਦੇ ਆ ਪਰਾਵਰਤਿਤ ਕਿਰਨ, ਕਿਉਂਕਿ ਪਰਾਵਰਤਨ ਹੋ ਰਿਹਾ ਹੈ, ਤਾਂ ਇਸ ਕਿਰਨ ਨੂੰ ਕਹਿ ਦਿੰਦੇ ਹਾਂ ਅਸੀਂ ਪਰਾਵਰਤਿਤ ਕਿਰਨ। ਜਿਸ ਪੁਆਇੰਟ ਤੇ ਟਕਰਾ ਰਹੀ ਹੈ ਇਹ ਦਰਪਣ ਤੇ, ਇੱਥੋਂ ਅਸੀਂ ਇੱਕ ਕਲਪਨਾ ਕਰਾਂਗੇ, ਇੱਥੇ ਇੱਕ ਅਸੀਂ ਵੀ ਸਿੱਧੀ ਇੱਥੋਂ ਇੱਕ ਰੇਖਾ ਜਾਂਦੀ ਹੈ, ਇਹਨੂੰ ਅਸੀਂ ਕਹਿ ਦਿੰਦੇ ਹਾਂ, ਅਸੀਂ ਅਭਿਲੰਬ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ? ਅਭਿਲੰਬ। ਤਾਂ ਇਹਦੇ ਦੋ ਨਿਯਮ ਨੇ ਪਰਾਵਰਤਨ ਦੇ। ਜਿਹੜਾ ਆਪਾਤੀ ਕਿਰਨ ਤੇ ਅਵਲੰਬ ਦੇ ਵਿਚਲਾ ਕੋਣ ਬਣਦਾ ਹੈ ਬੇਟਾ, ਕੋਣ, ਇਹਨੂੰ ਕਹਿੰਦੇ ਹੁੰਦੇ ਆ ਅਸੀਂ ਆਪਤਨ ਕੋਣ। ਯਾਦ ਰੱਖਣਾ ਹੈ, ਇਹ ਕੋਣ ਕਿਹੜਾ ਬਣ ਰਿਹਾ? ਆਪਤਨ ਕੋਣ। ਇਸੇ ਤਰ੍ਹਾਂ ਪਰਾਵਰਤਿਤ ਕਿਰਨ ਅਤੇ ਅਵਿਲੰਬ ਦੇ ਵਿੱਚ ਜਿਹੜਾ ਆਹ ਵਾਲਾ ਕੋਣ ਬਣ ਰਿਹਾ, ਇਹਨੂੰ ਕਹਿ ਦਿੰਦੇ ਆ ਪਰਾਵਰਤਨ ਕੋਣ। ਪਰਾਵਰਤਨ ਕੋਣ, ਠੀਕ ਹੈ। ਤਾਂ ਨਿਯਮ ਕੀ ਹੈ ਵੀ ਆਪਤਨ ਕੋਣ ਤੇ ਪਰਾਵਰਤਨ ਕੋਣ ਹਮੇਸ਼ਾ ਬਰਾਬਰ ਹੁੰਦੇ ਹਨ। ਆਪਤਨ ਕੋਣ ਤੇ ਪਰਾਵਰਤਨ ਕੋਣ ਕਿਹੜੇ ਵਾਲੇ? ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਆਹ ਵਾਲਾ ਕੋਣ, ਆਹ ਵਾਲਾ ਕੋਣ ਆਪਤਨ ਕੋਣ ਕਿਹੜਾ ਹੈ? ਕਿਹੜਾ ਹੈ ਇਹ? ਇੱਕ ਮਿੰਟ ਬੇਟਾ, ਆਹ ਵਾਲਾ ਕੋਣ ਤੇ ਆਹ ਵਾਲਾ ਕੋਣ, ਆਪਤਨ ਕੋਣ ਤੇ ਪਰਾਵਰਤਨ ਕੋਣ ਬਰਾਬਰ ਹੁੰਦੇ ਹਨ। ਦੂਸਰਾ, ਆਪਾਤੀ ਕਿਰਨ, ਪਰਾਵਰਤਿਤ ਕਿਰਨ ਅਤੇ ਅਭਿਲੰਬ, ਇਹ ਤਿੰਨੋਂ ਇੱਕੋ ਤਲ 'ਚ ਹੁੰਦੇ ਨੇ। ਆ ਜਿਹੜੇ ਤਿੰਨੇ ਨੇ, ਆਪਾਤੀ ਕਿਰਨ ਹੈ, ਪਰਾਵਰਤਿਤ ਕਿਰਨ ਹੈ ਤੇ ਅਭਿਲੰਬ ਹੈ, ਤਿੰਨੋਂ ਇੱਕੋ ਤਲ 'ਚ ਨੇ, ਇੱਕੋ ਪਲੇਨ 'ਚ ਨੇ। ਤਾਂ ਇਹ ਦੋ ਨਿਯਮ ਸੀ ਪਰਾਵਰਤਨ ਦੇ। ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਪਲੀਜ਼ ਚੰਗੀ ਤਰ੍ਹਾਂ ਇਹਨੂੰ ਸਮਝ ਲੈਣਾ। ਡਾਇਗਰਾਮ ਵੀ ਬਣਾ ਕੇ ਆਉਣੀ ਹੈ, ਆਪਣੀ ਬੁੱਕ 'ਚ ਵੀ ਬਣੀ ਹੈ, ਉੱਥੋਂ ਦੇਖ ਲੈਣਾ ਤੁਸੀਂ, ਠੀਕ ਹੈ ਬੇਟਾ। ਤਾਂ ਅਸੀਂ ਨੈਕਸਟ ਅਸੀਂ 5th ਕੁਐਸਚਨ ਦੇਖਦੇ ਹਾਂ। ਹੁਣ ਅਸੀਂ 5th ਕੁਐਸਚਨ, 5th ਕੁਐਸਚਨ ਕੀ ਹੈ? ਇਹ ਦਰਸਾਉਣ ਲਈ ਕਿ ਆਪਤਿਤ ਕਿਰਨ, ਪਰਾਵਰਤਿਤ ਕਿਰਨ ਤੇ ਆਪਤਨ ਬਿੰਦੂ ਤੇ ਜਿਹੜਾ ਅਵਲੰਬ ਸੀ, ਇਹ ਇੱਕ ਹੀ ਤਲ ਵਿੱਚ ਸੀ, ਇੱਕ ਕਿਰਿਆ ਦਾ ਵਰਣਨ ਕਰਨਾ ਹੈ। ਜਿਹੜਾ ਆਪਾਂ ਦੂਸਰਾ ਉੱਪਰ ਨਿਯਮ ਕੀਤਾ ਸੀ ਨਾ, ਹੁਣ ਇਹਨੂੰ ਪ੍ਰੂਵ ਕਰਨਾ ਹੈ, ਸਿੱਧ ਕਰਨਾ ਹੈ ਵੀ ਆਪਾਤੀ ਕਿਰਨ, ਪਰਾਵਰਤਿਤ ਕਿਰਨ ਤੇ ਆਪਤਨ ਬਿੰਦੂ ਤੇ ਲੰਬ ਇੱਕੋ ਤਲ 'ਚ ਹੁੰਦੇ ਨੇ। ਇਸ ਲਈ ਨਾ ਇੱਕ ਕਿਰਿਆ ਦੱਸੀ ਹੋਈ ਹੈ, ਮੈਂ ਇਹ ਕਿਰਿਆ ਨੂੰ ਐਕਸਪਲੇਨ ਕਰਦਾ। ਇਹਦੇ ਲਈ ਸਾਨੂੰ ਨਾ ਇੱਕ ਡਾਇਗਰਾਮ ਦੀ ਤਸਵੀਰ ਦੀ ਜ਼ਰੂਰਤ ਹੈ ਬੁੱਕ 'ਚੋਂ। ਇੱਥੇ ਮੈਂ ਤੁਹਾਨੂੰ ਉਹ ਫੋਟੋ ਐਡ ਕਰਕੇ 1 ਮਿੰਟ ਦੇ ਵਿੱਚ ਮੈਂ ਤੁਹਾਨੂੰ ਉਹ ਫੋਟੋ ਦਿਖਾਉਣਾ। ਇੱਕ ਮਿੰਟ ਆਪਾਂ ਇਹਨੂੰ ਦੇਖਦੇ ਹਾਂ ਧਿਆਨ ਨਾਲ। ਆਪਾਂ ਇਹਨੂੰ ਹਟਾ ਲੈਂਦੇ ਹਾਂ, ਉਸ ਡਾਇਗਰਾਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਸਵੀਰ ਤੋਂ ਆਪਾਂ ਨੂੰ ਸਮਝ ਆਏਗਾ।
ਤਾਂ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਜੀ। ਤਾਂ ਆਪਾਂ ਮਾਰਕਰ ਲੈ ਲੈਂਦੇ ਹਾਂ ਇੱਥੋਂ ਬਲੂ ਜੇ ਕਲਰ ਦਾ, ਜਿਹੜਾ ਕਿ ਸਾਨੂੰ ਚੰਗੀ ਤਰ੍ਹਾਂ ਦਿਖਾਈ ਦੇ ਜੀ। ਹਾਂਜੀ, ਤੇ ਆਪਾਂ ਇਹਨੂੰ ਥੋੜਾ ਜਿਹਾ ਡਾਰਕ ਵੀ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇਸ ਡਾਇਗਰਾਮ 'ਚ ਤੁਸੀਂ ਧਿਆਨ ਨਾਲ ਦੇਖਣਾ ਹੈ, ਆ ਇੱਕ ਮਿਰਰ ਲਗਾਇਆ ਹੈ, ਦਰਪਣ ਲਗਾਇਆ ਹੈ, ਇੱਥੋਂ ਪ੍ਰਕਾਸ਼ ਦੀ ਕਿਰਨ ਆ ਰਹੀ ਹੈ, ਇੱਥੇ ਇੱਕ ਕੰਘਾ ਲਗਾਇਆ ਹੈ ਤਾਂ ਕਿ ਪ੍ਰਕਾਸ਼ ਦੀ ਕਿਰਨ ਦਾ ਪ੍ਰਕਾਸ਼ ਖਿਲਰੇ ਨਾ ਤੇ ਉਹ ਪ੍ਰਕਾਸ਼ ਇੱਥੋਂ ਜਾਵੇ। ਤਾਂ ਆਹ ਆਪਾਤੀ ਕਿਰਨ ਹੈ, ਤੁਸੀਂ ਧਿਆਨ ਨਾਲ ਦੇਖ ਰਹੇ ਹੋ ਕਿਹੜੀ ਕਿਰਨ ਹੈ, ਆਪਾਤੀ ਕਿਰਨ ਹੈ। ਠੀਕ ਹੈ ਜੀ। ਤੇ ਜਿਹੜੀ ਜਾ ਰਹੀ ਹੈ ਇਹ ਕਿਹੜੀ ਕਿਰਨ ਹੈ ਸਾਡੇ ਕੋਲ, ਇਹ ਪਰਾਵਰਤਿਤ ਕਿਰਨ ਹੈ। ਇਹ ਕਿਰਨ ਆ ਰਹੀ ਹੈ ਆਪਾਤੀ ਕਿਰਨ ਹੈ, ਤੇ ਜਿਹੜੀ ਜਾ ਰਹੀ ਹੈ ਕਿਹੜੀ ਕਿਰਨ ਹੈ, ਪਰਾਵਰਤਿਤ ਕਿਰਨ ਹੈ। ਹੁਣ ਜੇ ਧਿਆਨ ਨਾਲ ਦੇਖੋ ਇਸ ਡਾਇਗਰਾਮ ਦੇ ਵਿੱਚ ਤੁਹਾਨੂੰ ਇਹ ਦਿਖ ਰਿਹਾ ਹੈ, ਆਪਾਤੀ ਕਿਰਨ ਵੀ ਦਿਖਾਈ ਦੇ ਰਹੀ ਹੈ ਤੇ ਆਪਾਤੀ ਕਿਰਨ ਵੀ ਦਿਖਾਈ ਦੇ ਰਹੀ ਹੈ ਤੇ ਇਹ ਪਰਾਵਰਤਿਤ। ਚਲੋ ਇੱਥੇ ਅਵਿਲੰਬ ਹੋਏਗਾ, ਇਹ ਤਾਂ ਇੱਕ ਕਲਪਨਾ ਕੀਤੀ ਹੋਈ ਰੇਖਾ ਹੈ, ਤੁਹਾਨੂੰ ਪਤਾ ਹੀ ਹੈ ਇੱਥੇ ਅਵਿਲੰਬ ਵੀ ਹੋਏਗਾ। ਠੀਕ ਹੈ, ਤਾਂ ਇਹ ਤਿੰਨੇ ਇੱਕੋ ਤਲ 'ਚ ਨੇ, ਤੁਹਾਨੂੰ ਇਹ ਦਿਖਾਈ ਦੇ ਰਿਹਾ ਹੈ। ਇਹ ਤੁਹਾਨੂੰ ਇੱਕ ਨੀਚੇ ਇੱਕ ਪੇਪਰ ਲਗਾਇਆ ਹੋਇਆ, ਪੇਪਰ ਦੇ ਉੱਤੇ ਦੋਨੋਂ ਦਿਖਾਈ ਦੇ ਰਹੇ ਹੈ। ਹੁਣ ਅਸੀਂ ਸੈਕਿੰਡ ਡਾਇਗਰਾਮ 'ਚ ਕੀ ਕੀਤਾ, ਦੇਖੋ ਆ ਨੀਚੇ ਨਾ ਮੇਜ਼ ਸੀਗਾ, ਜੇ ਦੇਖੋ ਇੱਥੇ ਆ ਮੇਜ਼ ਦਾ ਕਿਨਾਰਾ ਹੈ, ਆ ਮੇਜ਼ ਦਾ ਕਿਨਾਰਾ ਹੈ, ਧਿਆਨ ਨਾਲ ਦੇਖੋ। ਇੱਥੋਂ ਅਸੀਂ ਕਾਗਜ਼ ਨੂੰ ਕੱਟ ਲਿਆ, ਇੱਥੋਂ ਅਸੀਂ ਕਾਗਜ਼ ਨੂੰ ਕੱਟ ਲਿਆ ਹੈ। ਨੈਕਸਟ ਡਾਇਗਰਾਮ 'ਚ ਅਸੀਂ ਦੇਖ ਰਹੇ ਹਾਂ ਕਾਗਜ਼ ਨੂੰ ਕੱਟ ਕੇ, ਤਾਂ ਇੱਥੇ ਕਾਗਜ਼ ਨੂੰ ਜੇ ਤੁਸੀਂ ਦੇਖੋ ਤਾਂ ਨੀਚੇ ਕਰਤਾ ਕਾਗਜ਼ ਨੂੰ, ਇੱਥੇ ਕਾਗਜ਼ ਨੂੰ ਨੀਚੇ ਕਰ ਦਿੱਤਾ ਗਿਆ ਕਿ ਜਿਹੜੀ ਪ੍ਰਕਾਸ਼ ਦੀ ਕਿਰਨ ਤੁਹਾਨੂੰ ਪਹਿਲਾਂ ਦਿਖਾਈ ਦੇ ਰਹੀ ਸੀ ਕਿ ਉਹ ਹੁਣ ਇੱਥੇ ਦਿਖਾਈ ਦੇ ਰਹੀ ਹੈ, ਇੱਥੇ ਆ ਕੇ ਹੀ ਖਤਮ ਹੋ ਗਈ, ਤਾਂ ਅੱਗੇ ਦਿਖਾਈ ਨਹੀਂ ਦੇ ਰਹੀ ਸਾਨੂੰ, ਇਹ ਤਾਂ ਸਿਰਫ ਇੱਥੇ ਤੱਕ ਹੀ ਦਿਖਾਈ ਦੇ ਰਹੀ ਹੈ। ਅੱਗੇ ਕਿਉਂ ਨਹੀਂ ਦਿਖਾਈ ਦੇ ਰਹੀ, ਕਿਉਂਕਿ ਇਹ ਜਿਹੜੀਆਂ ਕਿਰਨਾਂ ਸੀ ਪ੍ਰਕਾਸ਼ ਦੀਆਂ ਕਿਰਨਾਂ ਉਹ ਇੱਕੋ ਹੀ ਤਲ ਵਿੱਚ ਸੀ। ਹੁਣ ਪ੍ਰਕਾਸ਼ ਦੀ ਕਿਰਨ ਤਾਂ ਸਿੱਧੀ ਜਾਂਦੀ ਹੈ, ਕਾਗਜ਼ ਤਾਂ ਨੀਚੇ ਹੋ ਗਿਆ, ਇਹ ਜਾ ਤਾਂ ਰਹੀ ਹੈ, ਇਹ ਜਾ ਤਾਂ ਰਹੀ ਹੈ ਅੱਗੇ, ਪਰ ਕਾਗਜ਼ ਨੀਚੇ ਹੋਣ ਜਾਣ ਕਾਰਨ, ਕਿਉਂਕਿ ਕਾਗਜ਼ ਤੇ ਨਹੀਂ ਉਹ ਦਿਖਾਈ ਦੇ ਰਹੀ, ਕਾਗਜ਼ ਤਾਂ ਹੁਣ ਹੋਰ ਤਲ ਦੇ ਵਿੱਚ ਚਲਾ ਗਿਆ। ਕਾਗਜ਼ ਨੂੰ ਤੁਸੀਂ ਨੀਚੇ ਕਰਤਾ, ਪਹਿਲਾਂ ਕਾਗਜ਼ ਦਾ ਤਲ ਇੱਕ ਹੀ ਸੀਗਾ, ਸਾਰਾ ਕਾਗਜ਼ ਇੱਕ ਹੀ ਤਲ ਦੇ ਵਿੱਚ ਸੀ, ਤਾਂ ਕਰਕੇ ਪ੍ਰਕਾਸ਼ ਦੀ ਕਿਰਨ ਇੱਥੋਂ ਲੈ ਕੇ ਇੱਥੇ ਤੱਕ ਪੂਰੀ ਦਿਖਾਈ ਦੇ ਰਹੀ ਸੀ। ਜਦੋਂ ਤੁਸੀਂ ਕਾਗਜ਼ ਨੂੰ ਨੀਚੇ ਮੋੜਤਾ ਤਾਂ ਉਹ ਦੂਸਰੇ ਤਲ ਦੇ ਵਿੱਚ ਚਲਾ ਗਿਆ, ਦੂਸਰੀ ਐਕਸਿਸ 'ਚ ਚਲਾ ਗਿਆ, ਮੰਨ ਲਓ Z ਐਕਸਿਸ 'ਚ ਚਲਾ ਗਿਆ। ਠੀਕ ਹੈ, ਵੱਡੀ ਕਲਾਸ 'ਚ ਜਾ ਕੇ ਤੁਸੀਂ ਐਕਸਿਸ ਸਮਝੋਗੇ। ਤਾਂ ਇਸ ਕਰਕੇ ਇੱਥੇ ਆ ਕੇ ਆਪਾਂ ਨੂੰ ਜਿਹੜੀ ਹੈ ਅੱਗੇ ਕਿਰਨ ਦਿਖਾਈ ਇੱਥੇ ਨਹੀਂ ਦੇ ਰਹੀ। ਇਹ ਤੋਂ ਪਤਾ ਲੱਗਦਾ ਹੈ ਵੀ ਜਿਹੜੀ ਤਿੰਨੇ ਆਪਣੇ ਕੋਲ ਜਿਹੜਾ ਸੈਕਿੰਡ ਨਿਯਮ ਹੈ, ਆਪਤਿਤ ਕਿਰਨ, ਪਰਾਵਰਤਿਤ ਕਿਰਨ ਤੇ ਅਵਿਲੰਬ, ਉਹ ਇੱਕੋ ਹੀ ਤਲ ਵਿੱਚ ਹੁੰਦੇ ਹਨ। ਉਮੀਦ ਹੈ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ। ਆਓ ਅਸੀਂ ਅਗਲਾ ਪ੍ਰਸ਼ਨ, ਆਓ ਹੁਣ ਅਸੀਂ ਖਾਲੀ ਥਾਵਾਂ ਦੇਖਦੇ ਹਾਂ। ਇੱਕ ਸਮਤਲ ਦਰਪਣ ਦੇ ਸਾਹਮਣੇ 1 ਮੀਟਰ ਦੂਰ ਖਲੋਤਾ ਵਿਅਕਤੀ ਆਪਣੇ ਪ੍ਰਤੀਬਿੰਬ ਤੋਂ ਕਿੰਨੀ ਦੂਰ ਤੇ ਦਿਖਾਈ ਦਿੰਦਾ ਹੈ। ਤਾਂ ਅਸੀਂ ਇੱਕ ਡਾਇਗਰਾਮ ਬਣਾਉਂਦੇ ਹਾਂ। ਦੇਖੋ ਤੁਸੀਂ ਬੇਟਾ, ਆਹ ਦਰਪਣ ਹੈ, ਆ ਇੱਕ ਵਿਅਕਤੀ ਖੜਾ ਹੈ, ਇਹ ਦਰਪਣ ਤੋਂ 1 ਮੀਟਰ ਦੀ ਦੂਰੀ ਤੇ ਹੈ। ਇੱਧਰ ਇਹਦਾ ਪ੍ਰਤੀਬਿੰਬ ਬਣੇਗਾ, ਪ੍ਰਤੀਬਿੰਬ ਵੀ ਕਿੰਨੀ ਦੂਰੀ ਤੇ ਬਣੇਗਾ, 1 ਮੀਟਰ ਤੇ ਬਣੇਗਾ, ਤੁਹਾਨੂੰ ਪਤਾ ਹੀ ਹੈ। ਤਾਂ ਇਹ ਪ੍ਰਤੀਬਿੰਬ ਤੇ ਵਿਅਕਤੀ ਜਿਹੜਾ ਹੈ ਇਹਦੇ ਵਿੱਚ ਦੂਰੀ ਕਿੰਨੀ ਹੋਗੀ, ਟੋਟਲ ਕਿੰਨੀ ਹੋਗੀ, 2 ਮੀਟਰ। ਤੇ ਇਹਦਾ ਆਨਸਰ ਆ ਜਾਏਗਾ 2 ਮੀਟਰ। ਉਮੀਦ ਹੈ ਤੁਹਾਨੂੰ ਵਧੀਆ ਸਮਝ ਆ ਗਿਆ। ਤਾਂ ਆਪਾਂ ਹੁਣ ਸੈਕਿੰਡ ਖਾਲੀ ਸਥਾਨ ਦੇਖਦੇ ਹਾਂ। ਜੇ ਕਿਸੇ ਸਮਤਲ ਦਰਪਣ ਦੇ ਸਾਹਮਣੇ ਖਲੋ ਕੇ ਤੁਸੀਂ ਆਪਣੇ ਸੱਜੇ ਹੱਥ ਨਾਲ ਆਪਣਾ ਖੱਬੇ ਕੰਨ ਨੂੰ ਛੂਹੋ ਤਾਂ ਦਰਪਣ ਵਿੱਚ ਤੁਹਾਨੂੰ ਸੱਜੇ ਹੱਥ ਨਾਲ, ਸੱਜਾ ਹੱਥ ਖੱਬੇ ਹੱਥ ਨਾਲ ਛੂਇਆ ਗਿਆ ਹੈ, ਇਹ ਪਤਾ ਹੀ ਲੱਗ ਜਾਂਦਾ ਹੈ ਨਾ ਆਪਾਂ ਨੂੰ, ਕਿਉਂਕਿ ਉਹ 'ਚ ਸਮਤਲ ਦਰਪਣ 'ਚ ਕੋਈ ਵਸਤੂ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਪਾਸੇ ਦਾ ਉਲਟ ਜਾਂਦਾ, ਉਹਦਾ ਪਾਸਾ ਉਲਟ ਜਾਂਦਾ ਹੈ, ਸੱਜਾ ਖੱਬਾ ਹੋ ਜਾਂਦਾ ਹੈ। ਜਦੋਂ ਤੁਸੀਂ ਘੱਟ ਪ੍ਰਕਾਸ਼ ਵੇਖਦੇ ਹੋ ਤਾਂ ਪੁਤਲੀ ਦਾ ਆਕਾਰ ਕੀ ਹੋ ਜਾਂਦਾ ਹੈ, ਵੱਡਾ ਹੋ ਜਾਂਦਾ ਹੈ। ਜਦੋਂ ਨਾ ਤੁਸੀਂ ਕਦੇ ਇੱਕੋਦਮ ਧੁੱਪ ਦੇ ਵਿੱਚੋਂ ਇੱਕੋਦਮ ਕਿਸੇ ਕਮਰੇ ਦੇ ਵਿੱਚ ਆਓ ਜਿੱਥੇ ਕੋਈ ਲਾਈਟ ਵਗੈਰਾ ਨਾ ਚੱਲ ਰਹੀ ਹੋਵੇ, ਤਾਂ ਤੁਹਾਨੂੰ ਦੇਖਦੇ ਹੋ ਇੱਕਦਮ ਹਨੇਰਾ ਹਨੇਰਾ ਜਿਹਾ ਲੱਗਦਾ ਹੈ, ਕਿਉਂਕਿ ਤੁਸੀਂ ਇੱਕਦਮ ਘੱਟ ਪ੍ਰਕਾਸ਼ 'ਚ ਆ ਜਾਂਦੇ ਹੋ। ਤਾਂ ਉਦੋਂ ਜਿਹੜੀ ਆਪਣੀ ਅੱਖਾਂ ਦੇ ਵਿੱਚ ਪੁਤਲੀ ਹੁੰਦੀ ਹੈ ਉਹ ਨਾ ਵੱਡੀ ਹੋ ਜਾਂਦੀ ਹੈ, ਉਹਦਾ ਆਕਾਰ ਵੱਡਾ ਹੋ ਜਾਂਦਾ ਹੈ, ਤਾਂ ਕਿ ਪ੍ਰਕਾਸ਼ ਫਟਾਫਟ ਅੰਦਰ ਜਾਵੇ ਤੇ ਸਾਨੂੰ ਦਿਖਾਈ ਦੇਵੇ। ਤਾਂ ਪੁਤਲੀ ਦਾ ਆਕਾਰ ਘੱਟ ਪ੍ਰਕਾਸ਼ ਵਿੱਚ ਕੀ ਹੋ ਜਾਂਦਾ ਹੈ, ਵੱਡਾ ਹੋ ਜਾਂਦਾ ਹੈ, ਤੇ ਵੱਧ ਪ੍ਰਕਾਸ਼ 'ਚ ਪੁਤਲੀ ਦਾ ਆਕਾਰ ਕੀ ਹੋਏਗਾ, ਘੱਟ ਹੋ ਜਾਏਗਾ। ਹਨੇਰੇ ਵਿੱਚ ਵਿਚਰਨ ਵਾਲੇ ਪੰਛੀਆਂ ਦੀਆਂ ਅੱਖਾਂ ਵਿੱਚ ਰੌਡਸ ਦੀ ਸੰਖਿਆ ਕੋਣਾਂ ਦੀ ਸੰਖਿਆ ਨਾਲੋਂ ਕੀ ਹੁੰਦੀ ਹੈ, ਵੱਧ ਹੁੰਦੀ ਹੈ। ਆਓ 7ਵਾਂ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਆਪਾਂ ਨੂੰ ਪਤਾ ਹੀ ਹੈ ਵੀ ਆਪਤਨ ਕੋਣ ਪਰਾਵਰਤਨ ਕੋਣ ਦੇ ਹਮੇਸ਼ਾ ਹੀ ਬਰਾਬਰ ਹੁੰਦਾ ਹੈ। ਹਰੇਕ ਕੇਸ 'ਚ ਹੀ ਆਪਾਂ ਦੇਖਿਆ ਸੀ, ਹਨਾ, ਆਪਤਨ ਕੋਣ ਪਰਾਵਰਤਨ ਕੋਣ ਦੇ ਹੈ। ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹੁੰਦਾ ਹੈ। ਸਮਤਲ ਦਰਪਣ ਜਿਹੜਾ ਪ੍ਰਤੀਬਿੰਬ ਬਣਦਾ ਹੈ, ਕਿਉਂਕਿ ਦਰਪਣ ਦੇ ਪਿੱਛੇ ਬਣਦਾ ਹੈ, ਇਸ ਲਈ ਕੀ ਹੁੰਦਾ ਹੈ, ਆਭਾਸੀ। ਦਰਪਣ ਦੇ ਪਿੱਛੇ, ਜਿਹੜਾ ਦਰਪਣ ਦੇ ਅੰਦਰ ਬਣੇ ਨਾ ਉਹਨੂੰ ਆਭਾਸੀ ਕਹਿੰਦੇ ਆ, ਜਿਹੜਾ ਕਿਸੇ ਪਰਦੇ ਤੇ ਆ ਜੇ, ਕਿਸੇ ਸਕਰੀਨ ਤੇ ਆ ਜੇ, ਉਹਨੂੰ ਅਸੀਂ ਵਾਸਤਵਿਕ ਕਹਿੰਦੇ ਆ। ਤਾਂ ਸਮਤਲ ਦਰਪਣ 'ਚ ਕਿਹੜਾ ਪ੍ਰਤੀਬਿੰਬ ਹੈ, ਆਭਾਸੀ। ਦਰਪਣ ਦੇ ਪਿੱਛੇ ਤੇ ਵਸਤੂ ਦੇ ਆਕਾਰ ਦਾ
ਵਸਤੂ ਦੇ ਆਕਾਰ ਦੇ ਬਰਾਬਰ ਜਿਹੜਾ ਪ੍ਰਤਿਬਿੰਬ ਬਣਦਾ ਹੈ ਵਸਤੂ ਜਿੱਡੀ ਹੁੰਦੀ ਹੈ ਉਸੇ ਆਕਾਰ ਦਾ ਆਪਣੇ ਕੋਲ ਪ੍ਰਤਿਬਿੰਬ ਬਣਦਾ ਹੈ। ਆਓ ਅਸੀਂ 8ਵਾਂ ਪ੍ਰਸ਼ਨ ਦੇਖਦੇ ਹਾਂ ਫਟਾਫਟ। ਕਲਾਈਡੋਸਕੋਪ ਦੀ ਰਚਨਾ ਦਾ ਵਰਣਨ ਕਰੋ। ਕਲਾਈਡੋਸਕੋਪ ਬਣਾਉਣ ਲਈ ਅਸੀਂ ਦਰਪਣ ਦੀਆਂ ਲੰਬੀਆਂ 15 ਗੁਣਾ 4 ਸੈਂਟੀਮੀਟਰ 3 ਆਇਤਾਕਾਰ ਪੱਟੀਆਂ ਲੈ ਕੇ ਇੱਕ ਪ੍ਰਿਜ਼ਮ ਦੀ ਸ਼ਕਲ ਵਿੱਚ ਉਹਨੂੰ ਜੋੜ ਲਵਾਂਗੇ। ਇਸ ਤਰ੍ਹਾਂ ਦੀਆਂ ਦੇਖੋ ਪੱਟੀਆਂ ਦਿਖਾਈਆਂ ਗਈਆਂ। ਇੱਕ ਆਹ ਪੱਟੀ ਹੈ ਆਪਣੇ ਕੋਲ ਦਰਪਣ ਦੀ, ਇਹ ਦਰਪਣ ਦੀ ਪੱਟੀ ਹੈ। ਇੱਕ ਆਹ ਵਾਲੀ ਹੈ। ਇਸੇ ਤਰ੍ਹਾਂ ਇੱਕ ਪਿੱਛੇ ਪੱਟੀ ਦਿਖਾਈ ਗਈ ਹੈ ਜਿਹੜੀ ਕਿ ਪਿੱਛੇ ਪਾਸੇ ਹੈ। ਤਾਂ 3 ਪੱਟੀਆਂ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਹੈ। ਤੁਹਾਡੇ ਸਕੂਲ ਦੇ ਵਿੱਚ ਆਪਣੇ ਕੋਲ ਹੈ ਨਾ ਪ੍ਰਯੋਗਸ਼ਾਲਾ ਦੇ ਵਿੱਚ ਇਹ ਹੋਵੇਗਾ, ਬਣਿਆ ਵੀ ਹੋਵੇਗਾ। ਇਸ ਨੂੰ ਗੱਤੇ ਜਾਂ ਝਾੜ ਦੀ ਬਣੀ ਇੱਕ ਸਿਲੰਡਰ ਆਕਾਰ ਟਿਊਬ ਵਿੱਚ ਰੱਖੋ। ਆ ਬਾਹਰ ਜਿਹੜੀ ਆਪਣੇ ਕੋਲ ਗੱਤੇ ਦੀ ਬਣੀ ਇੱਕ ਜਿਹੜੀ ਹੈ ਸਿਲੰਡਰ ਆਕਾਰ ਬੇਲਨਾਕਾਰ ਟਿਊਬ 'ਚ ਰੱਖਿਆ ਗਿਆ ਹੈ। ਟਿਊਬ ਦੇ ਇੱਕ ਸਿਰੇ ਨੂੰ ਗੱਤੇ ਦੀ ਡਿਸਕ ਨਾਲ ਬੰਦ ਕਰ ਦਿਓ। ਆਹ ਦੇਖੋ ਗੱਤੇ ਦੀ ਡਿਸਕ ਨਾਲ ਅਸੀਂ ਬੰਦ ਕਰਤਾ ਗਾ। ਇੱਧਰਲੇ ਪਾਸੇ ਇਹਨੂੰ ਗੱਤੇ ਦੀ ਡਿਸਕ ਲਗਾ ਦੇਣੀ ਹੈ, ਜਿਸ ਵਿੱਚ ਅੰਦਰ ਦਾ ਦ੍ਰਿਸ਼ ਵੇਖਣ ਲਈ ਇੱਕ ਛੇਕ ਕਰੋ। ਇਹਦੇ ਵਿੱਚ ਇੱਕ ਸੁਰਾਖ ਕਰ ਲੈਣਾ ਹੈ। ਟਿਊਬ ਦੇ ਦੂਜੇ ਸਿਰੇ ਤੇ ਸਮਤਲ ਕੱਚ ਦੀ ਇੱਕ ਗੋਲ ਪਲੇਟ ਦਰਪਣਾਂ ਨੂੰ ਛੂੰਹਦੇ ਹੋਏ ਚੰਗੀ ਤਰ੍ਹਾਂ ਲਗਾਓ। ਪਿੱਛੇ ਪਾਸੇ ਜਿਹੜੀ ਲਾਣੀ ਹੈ ਇੱਕ ਆਪਾਂ ਨੇ ਉਹ ਇੱਕ ਗੋਲ ਸਮਤਲ ਕੱਚ ਦੀ ਪਲੇਟ ਲਗਾ ਦੇਣੀ ਹੈ। ਇਸ ਪਲੇਟ ਦੇ ਉੱਪਰ ਰੰਗਦਾਰ ਕੱਚ ਦੇ ਟੁਕੜੇ ਰੱਖੋ। ਕੁਛ ਇਹਦੇ ਵਿੱਚ ਨਾ ਰੰਗਦਾਰ ਕੱਚ ਦੇ ਟੁਕੜੇ ਇਹਦੇ ਵਿੱਚ ਪਾ ਦਿਓ। ਟਿਊਬ ਦੇ ਇਸ ਸਿਰੇ ਨੂੰ ਘਸੇ ਹੋਏ ਕੱਚ ਦੀ ਪਲੇਟ ਨਾਲ ਜਿਹੜਾ ਹੈ ਢੱਕ ਦਿਓ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇਹਦੇ ਵਿੱਚ ਬੜੇ ਹੀ ਸੋਹਣੇ ਪੈਟਰਨ ਸਾਨੂੰ ਕਲਾਈਡੋਸਕੋਪ 'ਚ ਦਿਖਾਈ ਦਿੰਦੇ ਨੇ। ਤਾਂ ਤੁਹਾਨੂੰ ਕਲਾਈਡੋਸਕੋਪ ਦੀ ਰਚਨਾ ਵੀ ਜਿਹੜੀ ਹੈ ਸਮਝ ਆ ਗਈ। ਜੇ ਕਿਤੇ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਇਹਨੂੰ ਦੁਬਾਰਾ ਵੀ ਪਲੇ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ। ਤਾਂ ਅਸੀਂ ਨੈਕਸਟ ਕੁਐਸਚਨ ਦੇਖਦੇ ਹਾਂ। ਮਨੁੱਖੀ ਅੱਖ ਦਾ ਬਹੁਤ ਹੀ ਮਹੱਤਵਪੂਰਨ ਕੁਐਸਚਨ। ਮਨੁੱਖੀ ਅੱਖ ਦਾ ਲੈਵਲ ਕੀਤਾ ਚਿੱਤਰ ਬਣਾਓ। ਆਹ ਦੇਖੋ ਆਹ ਮਨੁੱਖੀ ਅੱਖ ਬਣਾਈ ਹੈ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਤੁਸੀਂ ਆਹ ਦੇਖਣਾ ਹੈ, ਆਹ ਜੋ ਅਸੀਂ ਬਣਾਏ ਹੈ ਹਨਾ, ਇਹ ਜੋ ਸਾਈਡ ਤੇ ਬਣਾਏ ਹੈ ਇਹ ਆਇਰਸ ਹੈ। ਆਇਰਸ ਇਹ ਜਿਹੜਾ ਵਿੱਚ ਹੈ ਇਹ ਕੀ ਹੈ, ਲੈਂਜ ਹੈ ਸਾਡੇ ਕੋਲ। ਸਭ ਤੋਂ ਬਾਹਰ ਕੀ ਹੈ, ਕੋਰਨੀਆ। ਇੱਥੇ ਨਾ ਲੈਂਜ ਨੂੰ ਪਕੜਨ ਦੇ ਲਈ ਸਾਡੇ ਕੋਲ ਪੇਸ਼ੀਆਂ ਹੁੰਦੀਆਂ ਨੇ, ਪੱਠੇ, ਜਿਹਨੂੰ ਅਸੀਂ ਸਿਲਰੀ ਪੱਠੇ ਕਹਿ ਦਿੰਦੇ ਆ। ਠੀਕ ਹੈ ਜੀ। ਤੇ ਸਭ ਤੋਂ ਪਿੱਛੇ ਜਾ ਕੇ ਇੱਥੇ ਸਾਡੇ ਕੋਲ ਰੈਟੀਨਾ ਹੁੰਦਾ ਹੈ, ਰੈਟੀਨਾ। ਤੇ ਆ ਪਿੱਛੇ ਕੀ ਹੈ ਸਾਡੇ ਕੋਲ ਇੱਥੇ ਪ੍ਰਕਾਸ਼ ਨਸ। ਤਾਂ ਇਹ ਡਾਇਗਰਾਮ ਬਣਾਉਣੀ ਆ ਸਕਦੀ ਹੈ, ਸਾਡੀ ਬੁੱਕ 'ਚ ਵੀ ਬਣੀ ਹੈ। ਇਹ ਚਿੱਤਰ ਨੂੰ ਲੈਵਲ ਕਰਨਾ ਵੀ ਆ ਸਕਦਾ ਹੈ। ਤਾਂ ਪਲੀਜ਼ ਇਹਦੀ ਤਿਆਰੀ ਕਰ ਲੈਣੀ ਹੈ। 10ਵਾਂ ਕੁਐਸਚਨ। ਗੁਰਮੀਤ ਲੇਜ਼ਰ ਟਾਰਚ ਦੁਆਰਾ ਕਿਰਿਆ 16.8 ਨੂੰ ਕਰਨਾ ਚਾਹੁੰਦਾ ਸੀ। ਉਸਦੇ ਅਧਿਆਪਕ ਨੇ ਅਜਿਹਾ ਕਰਨ ਤੋਂ ਮਨਾ ਕੀਤਾ। ਕੀ ਤੁਸੀਂ ਅਧਿਆਪਕ ਦੀ ਸਲਾਹ ਦੇ ਆਧਾਰ ਤੇ ਵਿਆਖਿਆ ਕਰ ਸਕਦੇ ਹੋ? ਦੇਖੋ 16.8 ਕਿਰਿਆ ਕੀ ਸੀ ਇਹਦੇ ਵਿੱਚ ਨਾ, ਮਤਲਬ ਕਿ ਕਿਸੇ ਵਿਅਕਤੀ ਦੀ ਅੱਖ ਦੇ ਵਿੱਚ ਆਪਾਂ ਟੋਰਚ ਮਾਰਦੇ ਸੀ ਤੇ ਪੁਤਲੀ ਦਾ ਆਕਾਰ ਵੱਧਦਾ ਘਟਦਾ ਸੀ, ਉਹ ਦੇਖਦੇ ਸੀ। ਪੁਤਲੀ ਦਾ ਆਕਾਰ ਵੱਧ ਜਾਂਦਾ ਕਿਉਂਕਿ ਟੋਰਚ ਦੇ ਨਾਲ ਉਹਦੇ ਤੇ ਪ੍ਰਕਾਸ਼ ਪਏਗਾ। ਜਦੋਂ ਪ੍ਰਕਾਸ਼ ਜ਼ਿਆਦਾ ਪਏਗਾ ਤਾਂ ਉਹਦੀ ਪੁਤਲੀ ਦਾ ਆਕਾਰ ਜਿਹੜਾ ਹੈ ਘਟੇਗਾ। ਪਰ ਲੇਜ਼ਰ ਟਾਰਚ ਦੇ ਪ੍ਰਕਾਸ਼ ਦੀ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੀ ਲੇਜ਼ਰ ਵਾਲੀ ਟਾਰਚ ਹੁੰਦੀ ਹੈ ਨਾ ਉਹਦੀ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਅੱਖਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਤਾਂ ਕਦੇ ਵੀ ਇਹਨੂੰ ਜਿਹੜਾ ਹੈ ਉਸ ਕਿਰਿਆ ਕਰਨ ਦੇ ਲਈ ਲੇਜ਼ਰ ਟਾਰਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅੱਖਾਂ ਦੇ ਰੈਟੀਨਾ ਨੂੰ ਵੀ ਜਿਹੜਾ ਹੈ ਡੈਮੇਜ ਕਰ ਸਕਦੀ ਹੈ। ਰੈਟੀਨਾ ਨੂੰ ਜਿਹੜਾ ਹੈ ਜਿੱਤੇ ਪ੍ਰਤੀਬਿੰਬ ਬਣਦਾ ਹੈ ਅੱਖ ਦੇ ਵਿੱਚ ਜਾ ਕੇ, ਉਹਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਆਓ ਅਸੀਂ 11ਵਾਂ ਪ੍ਰਸ਼ਨ ਦੇਖਦੇ ਹਾਂ ਫਟਾਫਟ। ਵਰਣਨ ਕਰੋ ਕਿ ਤੁਸੀਂ ਆਪਣੀ ਅੱਖਾਂ ਦੀ ਦੇਖਭਾਲ, ਇਹ ਤਾਂ ਸਾਰੇ ਹੀ ਵਿਦਿਆਰਥੀਆਂ ਨੂੰ ਪਤਾ ਹੁੰਦਾ ਹੈ ਵੀ ਅੱਖਾਂ ਦੀ ਦੇਖਭਾਲ ਆਪਾਂ ਨੂੰ ਕਿਵੇਂ ਕਰਨੀ ਚਾਹੀਦੀ ਹੈ। ਤਾਂ ਆਪਾਂ ਦੇਖਦੇ ਹਾਂ ਅੱਖਾਂ ਦੀ ਦੇਖਭਾਲ, ਤੁਸੀਂ ਆਪਣੀ ਅੱਖਾਂ ਦੀ ਦੇਖਭਾਲ ਕਿਵੇਂ ਕਰੋਗੇ। ਆਪਣੀਆਂ ਅੱਖਾਂ ਨੂੰ ਬਾਰ-ਬਾਰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ। ਅੱਖਾਂ ਨੂੰ ਰਗੜਨਾ ਨਹੀਂ ਚਾਹੀਦਾ। ਸੂਰਜ ਜਾਂ ਕਿਸੇ ਤੇਜ਼ ਪ੍ਰਕਾਸ਼ ਦੇ ਸਰੋਤ ਵੱਲ ਨਹੀਂ ਦੇਖਣਾ ਚਾਹੀਦਾ। ਕਦੇ ਵੀ ਜ਼ਿਆਦਾ ਤੇਜ਼ ਅਤੇ ਮੱਧਮ ਰੋਸ਼ਨੀ ਵਿੱਚ ਨਹੀਂ ਪੜ੍ਹਨਾ ਚਾਹੀਦਾ। ਪੜ੍ਹਨ ਸਮੱਗਰੀ ਨੂੰ ਹਮੇਸ਼ਾ ਅੱਖਾਂ ਤੋਂ ਠੀਕ ਦੂਰੀ ਤੇ, ਇਹਨੂੰ ਥੋੜਾ ਜਿਹਾ ਠੀਕ ਦੂਰੀ ਤੇ 25 ਸੈਂਟੀਮੀਟਰ ਦੀ ਦੂਰੀ ਤੇ ਰੱਖ ਕੇ ਅਸੀਂ ਜਿਹੜੀ ਕਿਤਾਬ ਵਗੈਰਾ ਪੜ੍ਹ ਸਕਦੇ ਹਾਂ। ਅਸੀਂ ਨਿਯਮਿਤ ਤੌਰ ਤੇ ਅੱਖਾਂ ਦੇ ਮਾਹਰ ਡਾਕਟਰਾਂ ਨੂੰ ਅੱਖਾਂ ਚੈੱਕ ਕਰਾਉਣੀਆਂ ਚਾਹੀਦੀਆਂ ਹਨ। ਅੱਖਾਂ ਦੇ ਮਾਹਰ ਡਾਕਟਰ ਕੋਲ ਜਾ ਕੇ ਚੈੱਕਅਪ ਕਰਾਉਂਦੇ ਰਹਿਣਾ ਚਾਹੁੰਦਾ ਵੀ ਸਾਡੀ ਅੱਖਾਂ ਜਿਹੜੀਆਂ ਨੇਗੀਆਂ ਉਹ ਠੀਕ ਨੇ। ਤਾਂ ਆਓ ਅਸੀਂ 12ਵਾਂ ਪ੍ਰਸ਼ਨ ਦੇਖਦੇ ਹਾਂ ਹੁਣ। बारहवां प्रश्न देखते हैं बच्चे सी। जे परावर्तित किरण
ਜੇ ਪਰਾਵਰਤਿਤ ਕਿਰਨ ਆਪਤਿਤ ਕਿਰਨ ਨਾਲ 90 ਦਾ ਕੋਣ ਬਣਾਏ ਤਾਂ ਆਪਤਨ ਕੋਣ ਕਿੰਨੇ ਦਾ ਹੋਵੇਗਾ। ਦੇਖੋ ਆਪਾਂ ਨੇ ਡਾਇਗਰਾਮ ਬਣਾਈ ਸੀ ਤੁਹਾਡੇ ਆ, ਚਲੋ ਮੈਂ ਇੱਥੇ ਬਣਾ ਲੈਣਾ ਡਾਇਗਰਾਮ। ਆ ਇੱਕ ਦਰਪਣ ਹੈ, ਆ ਆਪਾਤੀ ਕਿਰਨ ਆ ਰਹੀ ਹੈ, ਆ ਪਰਾਵਰਤਿਤ ਕਿਰਨ ਜਾ ਰਹੀ ਹੈ। ਕਹਿੰਦਾ ਆ ਆਪਾਤੀ ਕਿਰਨ ਹੈ, ਆ ਪਰਾਵਰਤਿਤ ਹੈ। ਚਲੋ ਤੁਹਾਨੂੰ ਪਤਾ ਹੀ ਹੈ, ਹੁਣ ਮੈਨੂੰ ਦੁਬਾਰਾ ਲਿਖਣ ਦੀ ਜ਼ਰੂਰਤ ਵੀ ਨਹੀਂ ਹੈ। ਇਹਦੇ ਵਿੱਚ ਜਿਹੜਾ ਪੂਰਾ ਕੋਣ ਹੈ ਉਹ 90 ਦਾ ਹੈ। ਤਾਂ ਇਹ ਦੱਸੋ, ਕਹਿੰਦਾ ਵੀ ਆਪਤਨ ਕੋਣ ਕੀ ਹੁੰਦਾ ਸੀ, ਇੱਥੇ ਅਵਲੰਬ ਹੋਊਗਾ ਜੀ। ਇਧਰਲਾ ਕੋਣ ਕਿਹੜਾ ਹੋਊਗਾ ਸਾਡੇ ਕੋਲ, ਆਪਤਨ, ਤੇ ਇਧਰਲਾ ਕੋਣ ਕਿਹੜਾ ਹੋਊਗਾ, ਪਰਾਵਰਤਨ। ਆਪਤਨ ਕੋਣ ਕਿੰਨੇ ਦਾ ਹੋਊਗਾ, ਜਦੋਂ ਟੋਟਲ ਕੋਣ 90 ਦਾ ਹੈ, ਦੋਵੇਂ ਕੋਣ ਬਰਾਬਰ ਹੁੰਦੇ ਹਨ, ਤੇ ਕਿੰਨੇ ਦਾ ਹੋਏਗਾ ਆਪਤਨ ਕੋਣ, 45 ਡਿਗਰੀ ਦਾ, 45 ਡਿਗਰੀ ਦਾ। ਜੇ ਪਰਾਵਰਤਨ ਪੁੱਛ ਲੈਂਦਾ ਤਾਂ ਵੀ ਕਿੰਨੇ ਦਾ ਹੋਊਗਾ, 45 ਡਿਗਰੀ ਦਾ, ਕਿਉਂਕਿ ਆਪਤਨ ਕੋਣ ਤੇ ਪਰਾਵਰਤਨ ਕੋਣ ਬਰਾਬਰ ਹੁੰਦੇ ਨੇ। ਉਹਨੇ ਆਪਤਨ ਪੁੱਛਿਆ ਸੀ ਤਾਂ ਅਸੀਂ ਕੀ ਕਹਿ ਦਾਂਗੇ, 45 ਡਿਗਰੀ, ਆਪਣੇ ਕੋਲ 45 ਡਿਗਰੀ ਐਂਗਲ ਆ ਗਿਆ। ਠੀਕ ਹੈ ਜੀ। ਤਾਂ ਆਪਾਂ ਅਗਲਾ ਦੇਖਦੇ ਹਾਂ ਬੇਟਾ। ਜੇ ਦੋ ਸਮਾਂਤਰ ਸਮਤਲ ਦਰਪਣ ਇੱਕ ਦੂਜੇ ਤੋਂ 40 ਸੈਂਟੀਮੀਟਰ ਦੀ ਦੂਰੀ ਤੇ ਰੱਖੇ ਹੋਣ ਤਾਂ ਕਿੰਨੇ ਪ੍ਰਤੀਬਿੰਬ ਦਿਖਾਈ ਦੇਣਗੇ। ਤੁਸੀਂ ਨਾ ਦੋ ਦਰਪਣ ਸਕੂਲ 'ਚ ਵੀ ਕਿਰਿਆ ਕੀਤੀ ਹੋਊਗੀ, ਦੋ ਦਰਪਣ ਆਪਾਂ ਜਦੋਂ ਇੱਕ ਦੂਜੇ ਦੇ ਸਮਾਂਤਰ ਰੱਖ ਲੈਂਦੇ ਹਾਂ ਆਮਣੇ ਸਾਹਮਣੇ, ਤਾਂ ਇਹਦੇ ਵਿੱਚ ਜਦੋਂ ਦੇਖਦੇ ਆ ਨਾ, ਮੰਨ ਲਓ ਇੱਥੇ ਕੋਈ ਆਬਜੈਕਟ ਰੱਖ ਲਿਆ, ਜਦੋਂ ਇਹਦੇ ਵਿੱਚ ਦੇਖਦੇ ਆ ਦੋਨੋਂ ਸਾਈਡ, ਤਾਂ ਸਾਨੂੰ ਅਨੰਤ ਪ੍ਰਤੀਬਿੰਬ ਦਿਖਾਈ ਦਿੰਦੇ ਨੇ। ਇਹਦੇ ਵਿੱਚ ਕਿੰਨੇ ਪ੍ਰਤੀਬਿੰਬ ਦਿਖਾਈ ਦੇਣਗੇ, ਅਣਗਿਣਤ। ਆਓ ਅਸੀਂ 14th ਜਿਹੜਾ ਹੈ ਉਹ ਹੁਣ ਕੁਐਸਚਨ ਦੇਖਦੇ ਹਾਂ। 14th ਡਾਇਗਰਾਮ ਬਣੀ ਹੋਈ ਹੈ ਬੇਟਾ। ਦੋ ਦਰਪਣ ਇੱਕ ਦੂਜੇ ਨਾਲ ਲੰਬ ਰੂਪ ਚ ਨੇ। ਇੱਕ ਆਹ ਦਰਪਣ ਹੈ ਸਾਡੇ ਕੋਲ, ਇੱਕ ਮਿੰਟ, ਇੱਕ ਆਹ ਦਰਪਣ ਹੈ ਸਾਡੇ ਕੋਲ। ਇਹ ਦੋਏ ਲੰਬ ਨੇ, ਇੱਕ ਦੂਜੇ ਨਾਲ 90 ਡਿਗਰੀ ਦਾ ਕੋਣ ਬਣਾਉਂਦੇ ਨੇ। ਇੱਕ ਪਾਸੇ ਜਿਹੜਾ ਕੋਣ ਬਣਿਆ ਹੈ ਉਹ 30 ਡਿਗਰੀ ਦਾ ਬਣਿਆ ਹੈ। ਦੂਜੇ ਦਰਪਣ ਤੋਂ ਪਰਾਵਰਤਿਤ ਹੋਣ ਵਾਲੀ ਪਰਾਵਰਤਿਤ ਕਿਰਨ ਦਾ ਕੋਣ ਅਸੀਂ ਦੱਸਣਾ ਹੈ। ਤਾਂ ਬੜਾ ਸੌਖਾ ਹੈ। ਦੇਖੋ ਪਹਿਲਾਂ ਇਸੇ ਡਾਇਗਰਾਮ ਨੂੰ ਥੋੜਾ ਜਿਹਾ ਹੋਰ ਬਣਾ ਲੈਂਦੇ ਆ। 30 ਡਿਗਰੀ ਤੇ ਆਇਆ, ਇੱਥੋਂ ਇਹ ਕਿਰਨ ਮੁੜ ਗਈ, ਕਿਰਨ ਕੀ ਕੱਢ ਗਈ, ਇੱਥੋਂ ਮੁੜ ਗਈ, ਫਿਰ ਇਹ ਇਸ ਦਰਪਣ ਤੇ ਪਈ, ਫਿਰ ਇੱਥੋਂ ਫੇਰ ਪਰਾਵਰਤਿਤ ਹੋ ਗਈ। ਤਾਂ ਅਸੀਂ ਦੱਸਣਾ ਹੈ ਦੂਜੇ ਦਰਪਣ ਤੋਂ ਪਰਾਵਰਤਿਤ ਹੋਣ ਵਾਲੀ ਕਿਰਨ ਜਿਹੜੀ ਹੈ ਉਹ ਬਣਾਉਣੀ ਸੀ। ਬਸ ਸਿਰਫ ਦੂਜੇ ਦਰਪਣ ਤੋਂ ਪਰਾਵਰਤਿਤ ਹੋਣ ਵਾਲੀ ਕਿਰਨ ਬਣਾਉਣੀ ਸੀ ਆਪਾਂ ਨੇ। ਇੱਥੇ ਆ 30 ਡਿਗਰੀ ਦਾ ਕੋਣ ਬਣਦਾ ਹੈ, ਤਾਂ ਇੱਧਰ ਵੀ ਕਿੰਨੇ ਦਾ ਕੋਣ ਬਣੇਗਾ, 30 ਡਿਗਰੀ। ਤਾਂ ਅਸੀਂ ਕਿ ਇੱਥੇ ਆਪਣੇ ਕੋਲ ਜਿਹੜੀ ਹੈ, ਇੱਥੇ ਆਪਾਂ ਇੱਕ ਕਿਰਨ ਡਰਾ ਕਰ ਲਾਂਗੇ। ਜਦੋਂ ਇਹ 30 ਦਾ ਕੋਣ ਬਣਦਾ ਹੈ ਤਾਂ ਆ ਵੀ 30 ਦਾ ਬਣੇਗਾ, ਇੱਕ ਅੰਤਰ ਕੋਣ ਆ। ਤਾਂ ਉੱਪਰਲਾ ਕੋਣ ਕਿੰਨੇ ਦਾ ਰਹਿ ਗਿਆ, 60 ਦਾ। ਤਾਂ ਅਸੀਂ ਇੱਥੇ ਅਵਲੰਬ ਖਿੱਚ ਲਾਂਗੇ ਤੇ ਇੱਧਰ ਵੀ ਕੋਣ ਕਿੰਨੇ ਦਾ ਬਣਾਵਾਂਗੇ, ਅਵਲੰਬ ਦੇ ਨਾਲ 60 ਡਿਗਰੀ ਦਾ ਕੋਣ ਬਣਾਵਾਂਗੇ। ਤਾਂ ਬੜੀ ਆਸਾਨੀ ਦੇ ਨਾਲ ਪਰਾਵਰਤਿਤ ਕਿਰਨ ਬਣਾ ਸਕਦੇ ਹਾਂ ਅਸੀਂ। ਆਓ ਅਸੀਂ ਅਗਲਾ ਪ੍ਰਸ਼ਨ ਦੇਖਦੇ ਹਾਂ, 15ਵਾਂ ਪ੍ਰਸ਼ਨ। ਤਾਂ 15ਵਾਂ ਪ੍ਰਸ਼ਨ ਹੈ, ਚਿੱਤਰ 16.20 ਵਿੱਚ ਦਰਸਾਏ ਅਨੁਸਾਰ ਬੁੱਝੋ ਸਮਤਲ ਦਰਪਣ ਦੇ ਠੀਕ ਸਾਹਮਣੇ ਵਾਲੇ ਪਾਸੇ ਤੋਂ ਕੁਝ ਦੂਰ ਇੱਕ ਕਿਨਾਰੇ A ਤੋਂ ਖੜੇ ਹੁੰਦਾ ਹੈ। ਕੀ ਉਹ ਖੁਦ ਨੂੰ ਦਰਪਣ ਵਿੱਚ ਵੇਖ ਸਕਦਾ ਹੈ? ਕੀ ਤੁਸੀਂ PQR ਉੱਤੇ ਸਥਿਤ ਵਸਤੂਆਂ ਦੇ ਪ੍ਰਤੀਬਿੰਬ ਵੀ ਦੇਖ ਸਕਦੇ ਹੋ? ਤਾਂ ਹੁਣ ਆਪਾਂ ਧਿਆਨ ਨਾਲ ਦੇਖੀਏ ਵੀ ਆ ਇੱਕ ਦਰਪਣ ਹੈ, ਇੱਥੇ ਵਿਅਕਤੀ ਖੜਾ ਹੈ A। ਹੁਣ ਇਹਦਾ ਪ੍ਰਤੀਬਿੰਬ ਜੇ ਦੂਜੇ ਪਾਸੇ ਡਾਇਗਰਾਮ 'ਚ ਇਹ 'ਚ ਆਨਸਰ ਦਿੱਤਾ ਹੈ, ਇੱਥੇ ਬਣੇਗਾ। ਇੱਥੇ ਖੜਾ ਹੈ, ਇੱਥੇ ਬਣੇਗਾ। ਦਰਪਣ ਤਾਂ ਇੱਧਰ ਹੈ, ਤਾਂ ਕੀ ਇਹਨੂੰ ਉਹਦਾ ਪ੍ਰਤੀਬਿੰਬ ਦਿਖਾਈ ਦੇਗਾ? ਨਹੀਂ ਦੇਗਾ, ਕਿਉਂਕਿ ਇਹ ਤਾਂ ਇੱਥੇ ਇਹਨੂੰ ਆਹ ਵਾਲੀ ਚੀਜ਼ਾਂ ਦਿਖਾਈ ਦੇ ਰਹੀਆਂ, ਬਟ ਇਹਨੂੰ ਆਹ ਨਹੀਂ ਦਿਖਾਈ ਦੇਗਾ। ਸਮਤਲ ਦਰਪਣ ਸਾਹਮਣੇ ਰੱਖੀ ਵਸਤੂ ਦਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਵਸਤੂ ਜਿੰਨੀ ਦੂਰੀ ਤੇ ਹੀ ਬਣਦਾ ਹੈ। ਇਸ ਲਈ ਬੁੱਝੋ ਆਪਣਾ ਪ੍ਰਤੀਬਿੰਬ ਦਰਪਣ ਵਿੱਚ ਨਹੀਂ ਵੇਖ ਸਕਦਾ। ਹੁਣ PQR, ਇੱਕ P ਬਿੰਦੂ ਹੈ, ਇੱਕ Q ਹੈ, ਇੱਕ ਇੱਥੇ ਅੱਗੇ ਜਾ ਕੇ R ਹੈ। ਦੂਸਰੀ ਡਾਇਗਰਾਮ 'ਚ ਹੁਣ ਆਪਾਂ ਦੇਖਦੇ ਹਾਂ। P ਬਿੰਦੂ ਇੱਥੇ ਹੈ ਤਾਂ ਉਹਦੇ ਸਾਹਮਣੇ ਦਰਪਣ 'ਚ ਦਿਖੇਗਾ ਤੇ ਇਹਨੂੰ ਵੀ ਦਿਖਾਈ ਦੇਗਾ A ਤੋਂ, ਕਿਉਂਕਿ ਇੱਥੇ ਆਹ ਕਿਰਨ ਦੇਖੋ ਐਂ ਦਿਖਾਈ ਦੇ ਰਹੀ ਹੈ। Q ਇੱਥੇ ਸੀ ਤਾਂ ਇੱਥੇ ਹੋਏਗਾ, Q ਵੀ ਇਹਨੂੰ ਦਿਖਾਈ ਦੇਗਾ ਦਰਪਣ ਦੇ ਵਿੱਚੋਂ। R ਜਿਹੜਾ ਸੀ ਉਹ ਦਰਪਣ ਦੇ ਵਿੱਚੋਂ ਬਣ ਤਾਂ ਰਿਹਾ ਉਹਦਾ ਪ੍ਰਤੀਬਿੰਬ, ਪਰ ਉਹ A ਦੀ ਪਹੁੰਚ ਤੋਂ ਜਿਹੜਾ ਹੈ, A ਦੀ ਪਹੁੰਚ ਤੋਂ ਦੂਰ ਹੋ ਗਿਆ। ਤਾਂ A ਦੇ ਵਿੱਚੋਂ, ਕਿਉਂਕਿ ਪ੍ਰਕਾਸ਼ ਦੀ ਕਿਰਨ ਦਰਪਣ 'ਚੋਂ ਹਨਾ ਇੱਥੇ ਤੱਕ ਹੁੰਦਾ ਤਾਂ ਦਿਖਾਈ ਦੇ ਜਾਂਦਾ ਹਨਾ। ਤਾਂ ਇਹ ਆਪਣੇ ਕੋਲ PQR ਵਿੱਚੋਂ ਬੁੱਝੋ ਸਿਰਫ P ਤੇ Q ਦਾ ਪ੍ਰਤੀਬਿੰਬ ਹੀ ਦਰਪਣ ਵਿੱਚ ਵੇਖ ਸਕਦਾ ਹੈ। ਆਓ ਅਸੀਂ ਹੁਣ 16ਵਾਂ ਪ੍ਰਸ਼ਨ ਦੇਖਦੇ ਹਾਂ। ਊੜਾ A ਤੇ ਸਥਿਤ ਕਿਸੇ ਵਸਤੂ ਦੇ ਸਮਤਲ ਦਰਪਣ ਵਿੱਚ ਬਣਨ ਵਾਲੇ ਪ੍ਰਤੀਬਿੰਬ ਦੀ ਸਥਿਤੀ ਦੱਸੋ ਵੀ ਉਹ ਕਿੱਥੇ ਹੈ।
ਦੇਖੋ ਆ ਸਾਡੇ ਕੋਲ ਦਰਪਣ ਹੈ ਜੀ, ਦਰਪਣ ਦਿਖਾਈ ਦੇ ਰਿਹਾ ਤੁਹਾਨੂੰ, ਆ ਵਸਤੂ ਹੈ। ਤਾਂ ਹੁਣ ਵਸਤੂ ਦਰਪਣ ਤੋਂ ਜਿੰਨੀ ਦੂਰੀ ਤੇ ਹੈ, ਦਰਪਣ ਦੇ ਪਿੱਛੇ ਜਾ ਕੇ ਉਨੀ ਦੂਰੀ ਤੇ ਕੀ ਬਣ ਜਾਏਗਾ, ਇਹ ਪ੍ਰਤਿਬਿੰਬ ਬਣ ਜਾਏਗਾ। ਠੀਕ ਹੈ ਜੀ। ਤਾਂ ਊੜਾ ਆਂਸਰ ਕੀ ਹੋ ਗਿਆ, ਸਮਤਲ ਦਰਪਣ ਸਾਹਮਣੇ ਰੱਖੀ ਗਈ ਵਸਤੂ ਦਾ ਪ੍ਰਤਿਬਿੰਬ ਦਰਪਣ ਦੇ ਪਿੱਛੇ ਉਨੀ ਹੀ ਦੂਰੀ ਤੇ ਬਣਦਾ ਹੈ। ਦੂਸਰਾ, ਕੀ ਸਥਿਤੀ V ਤੋਂ ਪਹੇਲੀ ਪ੍ਰਤਿਬਿੰਬ ਨੂੰ ਦੇਖ ਸਕਦੀ ਹੈ? ਬਿਲਕੁਲ ਦੇਖ ਸਕਦੀ ਹੈ। ਦੇਖੋ ਇਸ ਤਰ੍ਹਾਂ ਨਾਲ ਹਨਾ, ਤਾਂ V ਤੋਂ ਉਹਨੂੰ ਇੱਥੇ ਦਿਖਾਈ ਦੇ ਰਿਹਾ, ਕੋਈ ਦਿੱਕਤ ਨਹੀਂ ਹੈ। ਹਾਂ ਪਹੇਲੀ ਪ੍ਰਤਿਬਿੰਬ ਨੂੰ ਦੇਖ ਸਕਦੀ ਹੈ। ਕੀ ਬੁੱਝੋ ਸਥਿਤੀ C ਤੋਂ, ਕੀ ਬੁੱਝੋ ਸਥਿਤੀ C ਤੋਂ ਪ੍ਰਤਿਬਿੰਬ ਨੂੰ ਦੇਖ ਸਕਦੀ ਹੈ? ਇਹ ਵੀ ਦੇਖ ਸਕਦੀ ਹੈ। ਆਪਾਂ ਨੂੰ ਦਿਖਾਈ ਦੇ ਰਿਹਾ, ਬਹੁਤ ਆਸਾਨੀ ਨਾਲ ਪਤਾ ਲੱਗ ਜੂਗਾ। ਹੁਣ ਇਹ ਕੁਐਸਚਨ ਹੋ ਰਿਹਾ ਸੱਸਾ, ਜਦ ਪਹੇਲੀ B ਤੋਂ C ਤੇ ਚਲੀ ਜਾਂਦੀ ਹੈ ਤਾਂ ਪ੍ਰਤਿਬਿੰਬ ਕਿਸ ਪਾਸੇ ਖਿਸਕ ਜਾਂਦਾ ਹੈ? ਹੁਣ ਇੱਕ ਪਹੇਲੀ ਸੀ, ਮੰਨ ਲਓ B ਤੇ ਸੀ, ਹੈ ਨਾ, B ਸਥਿਤੀ ਤੇ, ਉਹ C ਤੇ ਚਲੀ ਗਈ, ਤਾਂ ਪ੍ਰਤਿਬਿੰਬ ਇੱਥੋਂ ਖਿਸਕ ਜੂਗਾ? ਨਹੀਂ ਖਿਸਕਦਾ, ਕਿਉਂਕਿ ਜਦੋਂ ਵਸਤੂ ਹੀ ਨਹੀਂ ਖਿਸਕ ਰਹੀ, ਵਸਤੂ ਹੀ ਨਹੀਂ ਮੂਵ ਕਰ ਰਹੀ, ਚੱਲ ਨਹੀਂ ਰਹੀ ਵਸਤੂ, ਤਾਂ ਪ੍ਰਤਿਬਿੰਬ ਵੀ ਕਿਵੇਂ ਮੂਵ ਕਰ ਸਕਦਾ? ਉਹ ਤਾਂ ਵਸਤੂ ਦੇ ਨਾਲ ਹੀ ਪ੍ਰਤਿਬਿੰਬ ਨੇ ਚੱਲਣਾ ਹੈ ਨਾ। ਤਾਂ V ਤੋਂ C ਤੇ ਆਉਣ ਵੱਲ ਪ੍ਰਤਿਬਿੰਬ ਜਿਹੜਾ ਹੈ ਉਹ ਕਿਸੇ ਪਾਸੇ ਵੱਲ ਵੀ ਨਹੀਂ ਖਿਸਕਦਾ ਹੈ। ਤਾਂ ਇਹ ਸੀਗਾ ਆਪਣਾ ਪਾਠ ਨੰਬਰ 16। ਉਮੀਦ ਹੈ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਸਮਝ ਆ ਗਿਆ।